ਆਪ ਸਭ ਜੀ ਨੂੰ ਸਤਿ ਸ੍ਰੀ ਅਕਾਲ। ਜਮਾਤ 10ਵੀਂ ਦਾ ਵਿਸ਼ਾ ਪੰਜਾਬੀ ਦੀ ਪੁਸਤਕ ਸਾਹਿਤਕ ਰੰਗ ਭਾਗ ਦੂਜਾ ਦੇ ਵਿੱਚ ਅਸੀਂ ਕਰ ਰਹੇ ਹਾਂ ਕਹਾਣੀ ਭਾਗ, ਜਿਸ ਦੀ ਕਹਾਣੀ ਹੈ ਦੁਸ਼ਮਣੀ, ਜੋ ਕਿ ਕਹਾਣੀਕਾਰ ਬਲਵਿੰਦਰ ਸਿੰਘ ਬਰਾੜ ਦੀ ਰਚਨਾ ਹੈ। ਇਹ ਰਚਨਾ ਕੁਦਰਤ ਨੂੰ ਸਮਰਪਿਤ ਹੈ। ਅਰਚਨਾ ਚੋਪੜਾ DDA ਦੇ ਤੀਜੇ ਮੰਜ਼ਲ ਫਲੈਟ ਦੀ ਉੱਪਰਲੀ ਮੰਜ਼ਿਲ 'ਤੇ ਰਹਿੰਦੀ ਹੈ। ਉਸਨੇ ਛੱਤ ਉੱਤੇ ਗਮਲਿਆਂ ਵਿੱਚ ਬਹੁਤ ਸਾਰੇ ਫੁੱਲ ਪੌਦੇ ਵੀ ਲਾਏ ਹਨ। ਉਹ ਉੱਥੇ ਟੈਰੇਸ ਗਾਰਡਨ ਬਣਾਉਣਾ ਚਾਹੁੰਦੀ ਸੀ। ਵੰਦਨਾ ਭਾਟੀਆ, ਜੋ ਕਿ ਉਸ ਤੋਂ ਹੇਠਲੀ ਮੰਜ਼ਿਲ ਉੱਤੇ ਰਹਿੰਦੀ ਸੀ, ਸਾਰਿਆਂ ਦੀਆਂ ਟੈਂਕੀਆਂ ਹੀ ਟੈਰੇਸ ਉੱਤੇ ਹੀ ਰੱਖੀਆਂ ਹੋਈਆਂ ਸਨ। ਅਰਚਨਾ ਨੇ ਇੱਕ ਉੱਥੇ ਵਾਧੂ ਟੈਂਕੀ ਪੌਦਿਆਂ ਨੂੰ ਪਾਣੀ ਦੇਣ ਲਈ ਰੱਖੀ ਸੀ। ਜਦੋਂ ਪਾਣੀ ਆ ਰਿਹਾ ਹੁੰਦਾ ਹੈ ਤਾਂ ਟੈਂਕੀ ਭਰ ਲੈਂਦੀ ਹੈ ਅਤੇ ਪੌਦਿਆਂ ਨੂੰ ਪਾਣੀ ਵੀ ਦੇ ਦਿੰਦੀ ਹੈ। ਪਰ ਵੰਦਨਾ ਭਾਟੀਆ ਉਸ ਤੋਂ ਹੇਠਲੀ ਮੰਜ਼ਿਲ ਉੱਤੇ ਰਹਿੰਦੀ ਹੈ। ਦੋਹਾਂ ਪਰਿਵਾਰਾਂ ਵਿੱਚ ਬਹੁਤ ਜ਼ਿਆਦਾ ਆਪਸੀ ਪਿਆਰ ਹੈ। ਉਹ ਛੱਤ ਉੱਤੇ ਜਦੋਂ ਅਰਚਨਾ ਨੂੰ ਮਿਲਦੀ ਤਾਂ ਦੋਨੇ ਕਿੰਨਾ ਚਿਰ ਆਪਸ ਵਿੱਚ ਗੱਲਾਂ ਕਰਦੀਆਂ ਰਹਿੰਦੀਆਂ। ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਦੋਨੇ ਪਰਿਵਾਰ ਅਗਰ ਕਿਤੇ ਚਲੇ ਜਾਂਦੇ ਜਾਂ ਅਰਚਨਾ ਆਪਣੇ ਪਰਿਵਾਰ ਸਮੇਤ ਦਿੱਲੀ ਜਾਂ ਪੰਜਾਬ ਚਲੀ ਜਾਂਦੀ ਤਾਂ ਉਹ ਕਿਸੇ ਪਾਸੇ ਘੁੰਮਣ ਜਾਂਦੀ ਤਾਂ ਜੋ ਪਲਾਂਟਸ ਸੀ ਪਿੱਛੇ ਉਸ ਦਾ ਧਿਆਨ ਰੱਖਣ ਲਈ ਉਹ ਵੰਦਨਾ ਨੂੰ ਕਹਿ ਕੇ ਜਾਂਦੀ ਸੀ, ਤਾਂ ਕਿ ਵੰਦਨਾ ਪੇੜ ਪੌਦਿਆਂ ਨੂੰ ਪਾਣੀ ਦਿੰਦੀ ਸੀ, ਉਹਨਾਂ ਦੀ ਸੰਭਾਲ ਕਰ ਲੈਂਦੀ ਸੀ। ਇਹ ਸਿਲਸਿਲਾ ਲਗਭਗ 4 ਸਾਲ ਚੱਲਦਾ ਰਿਹਾ। ਅਰਚਨਾ ਦਾ ਪਤੀ ਹੈ ਸੰਜੀਵ ਚੋਪੜਾ ਅਤੇ ਵੰਦਨਾ ਭਾਟੀਆ ਦਾ ਪਤੀ ਹੈ ਰਾਹੁਲ ਭਾਟੀਆ। ਦੋਵੇਂ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਨੌਕਰੀ ਕਰਦੇ। ਇਹਨਾਂ ਫਲੈਟਾਂ ਦੇ ਟੈਰੇਸ ਉੱਪਰ ਸਿਰਫ 500 ਲੀਟਰ ਦੀਆਂ ਟੰਕੀਆਂ ਸਨ। ਪਾਣੀ ਦੀ ਸਪਲਾਈ ਸਿਰਫ ਇੱਕ ਵੇਲੇ ਹੀ ਆਉਂਦੀ ਸੀ ਅਤੇ ਪ੍ਰੈਸ਼ਰ ਬਹੁਤ ਘੱਟ ਸੀ ਅਤੇ ਪਾਣੀ ਕਈ ਵਾਰ ਉੱਪਰ ਚੜ੍ਹਦਾ ਵੀ ਨਹੀਂ ਸੀ। ਗਰਮੀ ਦੀਆਂ ਵਿੱਚ ਜੋ ਸੀ ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਹੁੰਦੀ ਸੀ। ਵੰਦਨਾ ਦਾ ਪਰਿਵਾਰ ਵੱਡਾ ਹੋਣ ਕਰਕੇ ਉਹਨਾਂ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਸੀ। ਇਸ ਕਰਕੇ ਉਹਨਾਂ ਨੂੰ ਟੈਰੇਸ ਉੱਤੇ 500 ਲੀਟਰ ਦੀ ਟੰਕੀ ਦੀ ਥਾਂ 'ਤੇ ਹੁਣ 1000 ਲੀਟਰ ਦੀ ਰਖਵਾਉਣ ਦਾ ਫੈਸਲਾ ਕਰ ਲਿਆ। ਜਦੋਂ ਉਹ ਟੈਂਕੀ ਮੰਗਵਾ ਕੇ ਉੱਪਰ ਫਿੱਟ ਕਰਵਾਉਣੀ ਸ਼ੁਰੂ ਕੀਤੀ, ਅਰਚਨਾ ਨੂੰ ਪਤਾ ਨਹੀਂ ਕੀ ਹੋਇਆ, ਪਤਾ ਨਹੀਂ ਕਿਉਂ ਇਸ ਦਾ ਵਿਰੋਧ ਕਰਦਿਆਂ ਉਹਨਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਵੰਦਨਾ ਅਤੇ ਉਸਦੇ ਪਤੀ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ 2 ਟੰਕੀਆਂ ਨਹੀਂ ਰੱਖ ਰਹੇ, ਬਲਕਿ 500 ਲੀਟਰ ਵਾਲੀ ਉਤਾਰ ਕੇ ਉੱਥੇ 1000 ਵਾਲੀ ਰੱਖ ਰਹੇ ਹਨ, ਪਰ ਉਸਨੇ ਇੱਕ ਨਾ ਸੁਣੀ। ਉਸਦੇ ਬੁਲਾਉਣ ਉੱਤੇ ਉਸਦਾ ਪਤੀ ਰਾਹੁਲ ਵੀ ਆ ਗਿਆ। ਉਹ ਵੀ ਉਹਨਾਂ ਨੂੰ ਆਪਸ ਵਿੱਚ ਲੜਨ ਲੱਗਾ। ਇੰਨੇ ਨੂੰ ਰਾਹੁਲ ਨੇ ਪੁਲਿਸ ਨੂੰ ਬੁਲਾ ਲਿਆ ਅਤੇ ਜਦੋਂ ਪੁਲਿਸ ਨੇ ਆ ਕੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਇਆ, ਉਦੋਂ ਤੱਕ ਟੰਕੀ ਫਿੱਟ ਹੋ ਚੁੱਕੀ ਸੀ। ਇਹਨਾਂ ਗੱਲਾਂ ਨੂੰ ਅਜੇ 4-5 ਮਹੀਨੇ ਹੀ ਹੋਏ ਸਨ ਕਿ ਅੱਗੇ ਗਰਮੀ ਦੀ ਛੁੱਟੀਆਂ ਆ ਗਈਆਂ ਅਤੇ ਚੋਪੜਾ ਪਰਿਵਾਰ ਨੇ ਕਿਤੇ ਬਾਹਰ ਜਾਣਾ ਸੀ। ਇਸ ਵਾਰ ਅਰਚਨਾ ਨੇ ਵੰਦਨਾ ਨੂੰ ਇਹ ਨਹੀਂ ਦੱਸਿਆ ਕਿ ਉਹ ਕਿਤੇ ਬਾਹਰ ਜਾ ਰਹੇ ਨੇ ਅਤੇ ਪਿੱਛੋਂ ਮੇਰੇ ਪਲਾਂਟਸ ਨੂੰ ਪਾਣੀ ਦੇਣਾ ਹੈ, ਫੁੱਲ ਪੌਦਿਆਂ ਨੂੰ ਪਾਣੀ ਦੇਣਾ ਹੈ। ਵੰਦਨਾ ਨੂੰ ਵੀ ਇਹ ਗੱਲ ਦਾ ਗੁੱਸਾ ਸੀ ਕਿ ਅਰਚਨਾ ਆਕੜ ਦੀ ਮਾਰੀ ਹੋਈ ਉਸ ਨੂੰ ਕਹਿ ਕੇ ਨਹੀਂ ਗਈ। ਸ਼ਾਇਦ ਉਸਨੇ ਸੋਚਿਆ ਕਿਸੇ ਹੋਰ ਗੁਆਂਢੀ ਨੂੰ ਕਹਿ ਗਈ ਹੋਏਗੀ। ਉਹ ਹਰ ਰੋਜ਼ ਟੈਰੇਸ 'ਤੇ ਜਾ ਕੇ ਦੇਖਦੀ ਕਿ ਪੌਦਿਆਂ ਨੂੰ ਪਾਣੀ ਨਹੀਂ ਦਿੱਤਾ ਹੋਇਆ। ਕਈ ਸੁੱਕ ਚੁੱਕੇ ਸਨ, ਪਰ ਉਹ ਸੋਚਦੀ ਸ਼ਾਇਦ ਮੀਂਹ ਪੈ ਜਾਵੇ, ਪਰ ਮੀਂਹ ਨਹੀਂ ਪਿਆ। ਪਰ ਛੋਟੇ ਪੌਦੇ ਜੋ ਸੀ ਬਿਲਕੁਲ ਸੁੱਕ ਚੁੱਕੇ ਸਨ। ਇਸ ਤਰ੍ਹਾਂ ਇੱਕ ਹਫ਼ਤਾ ਲੰਘ ਗਿਆ, ਪਰ ਉਸ ਤੋਂ ਉਸਨੇ ਦੇਖਿਆ ਕਿ ਅਰਚਨਾ ਵੀ ਵਾਪਸ ਨਹੀਂ ਮੁੜੀ ਅਤੇ ਕਿਸੇ ਨੇ ਪਾਣੀ ਵੀ ਨਹੀਂ ਪਾਇਆ ਅਤੇ ਗਰਮੀ ਨਾਲ ਬੂਟੇ ਵੀ ਝੁਲਸ ਰਹੇ ਹਨ। ਕਈ ਨਿੱਕੇ ਬੂਟੇ ਵੀ ਬਿਲਕੁਲ ਮੱਚ ਚੁੱਕੇ ਹਨ। ਤਾਂ ਜੋ ਵੰਦਨਾ ਹੈ ਉਸਨੇ ਉਸ ਤੋਂ ਰਿਹਾ ਨਹੀਂ ਗਿਆ। ਉਸਨੇ ਬਾਲਟੀ ਚੁੱਕੀ, ਟੈਂਕੀ ਖੋਲ੍ਹ ਬੂਟਿਆਂ ਨੂੰ ਪਾਣੀ ਦੇਣ ਲੱਗ ਪਈ। ਇਹਨਾਂ ਨੂੰ ਉਸਦਾ ਪਤੀ ਵੀ ਉੱਪਰ ਆ ਜਾਂਦਾ, ਦੇਖ ਕੇ ਹੈਰਾਨ ਰਹਿ ਜਾਂਦਾ ਹੈ, ਹੱਕਾ ਬੱਕਾ ਰਹਿ ਜਾਂਦਾ ਹੈ। ਵੰਦਨਾ ਕਹਿਣ ਲੱਗੀ ਕਿ ਉਹਨਾਂ ਦੀ ਲੜਾਈ ਤਾਂ ਅਰਚਨਾ ਨਾਲ ਹੈ, ਇਹਨਾਂ ਵਿਚਾਰਿਆਂ ਪਲਾਂਟਸ ਨਾਲ ਸਾਡੀ ਕੀ ਦੁਸ਼ਮਣੀ ਹੈ। ਸੰਜੀਵ ਉਸਦੇ ਬੋਲਾਂ ਉੱਤੇ ਵਾਹ ਵਾਹ ਕਰਦਾ ਮੁਸਕਰਾਉਣ ਲੱਗ ਪੈਂਦਾ ਹੈ। ਇਹ ਕਹਾਣੀ ਦਾ ਨਾਮ ਹੈ ਦੁਸ਼ਮਣੀ ਅਤੇ ਵੰਦਨਾ ਕਹਿੰਦੀ ਹੈ ਕਿ ਸਾਡੀ ਦੁਸ਼ਮਣੀ ਅਰਚਨਾ ਨਾਲ ਹੈ, ਨਾ ਕਿ ਇਹ ਪੌਦਿਆਂ ਨਾਲ। ਇਸ ਦੇ ਕੁਛ ਨਿਬੰਧਾਤਮਕ ਪ੍ਰਸ਼ਨ ਹਨ। ਦੁਸ਼ਮਣ ਕਹਾਣੀ ਦਾ ਸੰਖੇਪ ਸਾਰ ਜੋ ਕਿ ਅਸੀਂ ਹੁਣ ਪੜ੍ਹਿਆ ਹੈ। ਇਸ ਦਾ ਵਿਸ਼ਾ ਵਸਤੂ ਜੋ ਕਿ ਅਸੀਂ ਇਹ ਵੀ ਹੁਣ ਪਿੱਛੇ ਕਰ ਚੁੱਕੇ ਹਾਂ। ਇਸ 'ਚ ਕਿ ਪ੍ਰਕਿਰਤੀ ਬਾਰੇ ਦੱਸਿਆ ਗਿਆ, ਪੌਦਿਆਂ ਬਾਰੇ, ਦੋਨਾਂ ਪਰਿਵਾਰਾਂ ਦੀ ਕਹਾਣੀ ਦੱਸੀ ਗਈ ਹੈ। ਪ੍ਰਸ਼ਨ 3 ਹੈ, ਦੁਸ਼ਮਣੀ ਕਹਾਣੀ ਦਾ ਉਦੇਸ਼। ਇਸ ਦਾ ਉਦੇਸ਼ ਹੈ ਸਾਨੂੰ ਇਹ ਪ੍ਰੇਰਨਾ ਦੇਣਾ ਕਿ ਸਾਨੂੰ ਆਂਢ ਗੁਆਂਢ ਜਾਂ ਕਿਸੇ
ਸੰਬੰਧੀ ਨਾਲ ਆਪਣੀ ਦੁਸ਼ਮਣੀ ਨਹੀਂ ਪਾਉਣੀ ਚਾਹੀਦੀ, ਕਿਉਂਕਿ ਬਹੁਤਾ ਖੁਲਾਰਾ ਨਹੀਂ ਪੈਣਾ ਚਾਹੀਦਾ। ਜਿੱਥੇ ਤੱਕ ਹੋ ਸਕੇ ਉਸ ਨੂੰ ਸਮੇਟਿਆ ਜਾ ਸਕਦਾ ਹੈ ਨੇਕ ਨੀਤੀ ਨਾਲ, ਤਾਂ ਕਿ ਦੁਸ਼ਮਣੀ ਪੈਦਾ ਕਰਕੇ ਸਾਡਾ ਹੀ ਉਸ ਵਿੱਚ ਨੁਕਸਾਨ ਹੁੰਦਾ ਹੈ। ਜਿਵੇਂ ਕਿ ਦੋਨੇ ਪਰਿਵਾਰ 4-5 ਸਾਲ ਤੋਂ ਬਹੁਤ ਅੱਛਾ ਰਹਿ ਰਹੇ ਸੀ, ਪਰ ਹੁਣ ਉਹਨਾਂ ਵਿੱਚ ਖਟਾਸ ਆ ਚੁੱਕੀ ਸੀ। ਇਸ ਤਰ੍ਹਾਂ ਉਹ ਆਪਣੀ ਨੇਕ ਨੀਤੀ ਦੇ ਨੇਕ ਦਿਲ ਦਾ ਸਬੂਤ ਦਿੰਦੀ ਹੈ ਅਤੇ ਬਾਲਟੀ ਚੁੱਕ ਕੇ ਪੌਦਿਆਂ ਨੂੰ ਪਾਣੀ ਦੇ ਦਿੰਦੀ ਹੈ ਅਤੇ ਪ੍ਰੇਮ ਜ਼ਾਹਿਰ ਕਰਦੀ ਹੈ ਕਿ ਮੇਰਾ ਪ੍ਰਕਿਰਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਗੁੱਸਾ ਨਹੀਂ ਹੈ। ਚੌਥਾ ਪ੍ਰਸ਼ਨ ਹੈ, ਕੀ ਦੁਸ਼ਮਣੀ ਕਹਾਣੀ ਦਾ ਸਿਰਲੇਖ ਢੁਕਵਾਂ ਹੈ? ਬਿਲਕੁਲ ਢੁਕਵਾਂ ਹੈ, ਪਰ ਇਹ ਢੁਕਵਾਂ ਵਿਅੰਗਾਤਮਕ ਤਰੀਕੇ ਨਾਲ ਹੈ। ਕਹਾਣੀਕਾਰ ਨੇ ਦੁਸ਼ਮਣੀ ਦਿਖਾਈ ਹੈ, ਪਰ ਦੋ ਪਰਿਵਾਰਾਂ ਵਿੱਚ ਦਿਖਾਈ ਹੈ, ਅਤੇ ਨਾਲ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੇਰੀ ਦੁਸ਼ਮਣੀ ਪੇੜ ਪੌਦਿਆਂ ਨਾਲ, ਪ੍ਰਕਿਰਤੀ ਨਾਲ ਨਹੀਂ ਹੈ, ਪਲਾਂਟਸ ਨਾਲ ਨਹੀਂ ਹੈ। ਇਸ ਪ੍ਰਕਾਰ ਇਸ ਕਹਾਣੀ ਦਾ ਨਾਂ ਇਸ ਦੇ ਵਿਸ਼ੇ ਦੇ ਰੂਪ ਵਿੱਚ ਬਿਲਕੁਲ ਸਹੀ ਹੈ ਅਤੇ ਵਿਅੰਗਾਤਮਕ ਢੰਗ ਨਾਲ ਇਸ ਨੂੰ ਪੇਸ਼ ਕੀਤਾ ਗਿਆ ਹੈ। ਪ੍ਰਸ਼ਨ 5, ਵੰਦਨਾ ਭਾਟੀਆ ਦਾ ਚਰਿੱਤਰ ਚਿੱਤਰਨ ਕਰਨਾ ਸੀ। ਵੰਦਨਾ ਭਾਟੀਆ ਦੁਸ਼ਮਣ ਕਹਾਣੀ ਦੀ ਇੱਕ ਮਹੱਤਵਪੂਰਨ ਪਾਤਰ ਹੈ। ਆਪਣੇ ਪਤੀ ਸੰਜੀਵ ਭਾਟੀਆ ਨਾਲ ਦਿੱਲੀ ਦੇ DDA ਫਲੈਟ ਵਿੱਚ ਰਹਿੰਦੀ ਹੈ। ਆਪਣੇ ਪਰਿਵਾਰ ਅਤੇ ਆਂਢੇ ਗੁਆਂਢ ਨਾਲ ਬੜੇ ਪ੍ਰੇਮ ਪਿਆਰ ਨਾਲ ਰਹਿੰਦੀ ਹੈ। ਫੁੱਲ ਪੌਦਿਆਂ ਨਾਲ ਉਸ ਨੂੰ ਬੜਾ ਪਿਆਰ ਹੈ ਅਤੇ ਅਰਚਨਾ ਨਾਲ ਵੀ ਉਸ ਦਾ ਪਿਆਰ ਹੈ। ਅਰਚਨਾ ਵਾਂਗ ਲੜਾਈ ਝਗੜੇ ਨੂੰ ਬਹੁਤਾ ਨਹੀਂ ਖਿਲਾਰਦੀ, ਸਗੋਂ ਅਰਚਨਾ ਨਾਲ ਲੜਾਈ ਨੂੰ ਉਸ ਨੂੰ ਉਦੋਂ ਤੱਕ ਹੀ ਰੱਖਦੀ ਹੈ ਅਤੇ ਗਰਮੀ ਵਿੱਚ ਝੁਲਸ ਰਹੇ ਪੌਦਿਆਂ ਨੂੰ ਪਾਣੀ ਦੇਣ ਲੱਗ ਜਾਂਦੀ ਹੈ। ਯਾਨੀ ਕਿ ਅਰਚਨਾ ਵਾਲੀ ਜੋ ਲੜਾਈ ਹੈ ਉਸ ਨੂੰ ਦਿਲ 'ਤੇ ਜ਼ਿਆਦਾ ਨਹੀਂ ਲਾਉਂਦੀ ਅਤੇ ਪੇੜ ਪੌਦਿਆਂ ਨੂੰ ਪਾਣੀ ਦੇ ਦਿੰਦੀ, ਅਤੇ ਇਨਸਾਨੀਅਤ ਦੀ ਪੌੜੀ ਦੇ ਉੱਪਰਲੇ ਡੰਡੇ ਉੱਤੇ ਖੜ੍ਹੀ ਹੈ। ਉਹ ਅਰਚਨਾ ਦੇ ਮੁਕਾਬਲੇ ਜ਼ਿਆਦਾ ਅੱਗੇ ਇਨਸਾਨੀਅਤ ਵੱਲ ਵੱਧਦੀ ਹੈ। ਪ੍ਰਸ਼ਨ 6, ਅਰਚਨਾ ਚੋਪੜਾ ਇਹ ਵੀ ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹਨਾਂ ਦੇ ਘਰੇ ਫੁੱਲ ਪੌਦੇ ਲੱਗੇ ਨੇ, ਪ੍ਰਕਿਰਤੀ ਨਾਲ ਉਸ ਨੂੰ ਵੀ ਪਿਆਰ ਹੈ, ਪਰ ਜਦੋਂ ਕਿਤੇ ਬਾਹਰ ਜਾਂਦੀ ਤਾਂ ਵੰਦਨਾ ਨੂੰ ਪੌਦੇ ਨੂੰ ਪਾਣੀ ਦੇਣ ਲਈ ਕਹੀ ਜਾਂਦੀ ਸੀ, ਪਰ ਇਸ ਵਾਰ ਉਸਨੇ ਨਹੀਂ ਕਿਹਾ, ਕਿਉਂਕਿ ਦੋਨੇ ਪਰਿਵਾਰ ਆਪਸ ਵਿੱਚ ਪਾਣੀ ਦੀ ਟੰਕੀ ਦੇ ਵਿਵਾਦ ਨੂੰ ਲੈ ਕੇ ਲੜ ਚੁੱਕੇ ਸਨ। ਆਕੜ ਖਾਨ ਹੋਣ ਕਰਕੇ ਉਹ ਪਹਿਲਾਂ ਵਾਂਗ ਆਪਣੀ ਗੈਰ ਹਾਜ਼ਰੀ ਵਿੱਚ ਵੰਦਨਾ ਨੂੰ ਪੌਦਿਆਂ ਲਈ ਨਹੀਂ ਕਹਿ ਕੇ ਗਈ, ਪਰੰਤੂ ਵੰਦਨਾ ਨੇ ਉਸ ਨਾਲ ਇਹੋ ਜਿਹਾ ਨਹੀਂ ਕੀਤਾ, ਬਲਕਿ ਪੌਦਿਆਂ ਨੂੰ ਪਾਣੀ ਦੇ ਦਿੱਤਾ। ਪ੍ਰਸ਼ਨ 7, ਜਦੋਂ ਅਰਚਨਾ ਪੰਜਾਬ ਜਾਂ ਕਿਸੇ ਹੋਰ ਪਾਸੇ ਜਾਂਦੀ ਤਾਂ ਉਹ ਬੂਟੇ ਦੀ ਸੰਭਾਲ ਲਈ ਕਿਸ ਨੂੰ, ਕੌਣ ਅਤੇ ਕਿਵੇਂ ਕਰਦਾ ਸੀ? ਉਹਨਾਂ ਦੇ ਪੌਦਿਆਂ ਦੀ ਸੰਭਾਲ ਅਰਚਨਾ ਦੇ ਵੰਦਨਾ ਕਰਦੀ ਸੀ, ਪਲਾਂਟਸ ਨੂੰ ਪਾਣੀ ਦਿੰਦੀ ਸੀ, ਉਸ ਨੂੰ ਹਰਾ ਭਰਾ ਰੱਖਦੀ ਸੀ। ਇਹ ਸਿਲਸਿਲਾ ਲਗਭਗ 4 ਸਾਲ ਚੱਲਿਆ। ਪਾਣੀ ਦਾ ਪ੍ਰੈਸ਼ਰ ਘੱਟ ਹੋਣ ਕਰਕੇ ਟੈਰਸ ਵਾਲਿਆਂ ਦੇ ਟੰਕੀਆਂ ਉੱਤੇ ਪਾਣੀ ਕਿਸ ਤਰ੍ਹਾਂ ਚੜ੍ਹਾਉਂਦੇ ਸਨ? 500 ਲੀਟਰ ਦੀਆਂ ਟੰਕੀਆਂ ਸਨ। ਪਾਣੀ ਦੀ ਸਪਲਾਈ ਸਿਰਫ ਇੱਕ ਵੇਲੇ ਹੀ ਆਉਂਦੀ ਸੀ। ਬਹੁਤ ਘੱਟ ਸਮਾਂ ਹੁੰਦਾ ਸੀ ਅਤੇ ਪ੍ਰੈਸ਼ਰ ਵੀ ਬਹੁਤ ਘੱਟ ਹੁੰਦਾ ਸੀ। ਕਈ ਵਾਰ ਤਾਂ ਪਾਣੀ ਪਹੁੰਚਦਾ ਹੀ ਨਹੀਂ ਸੀ। ਇਸ ਕਰਕੇ ਸਾਰਿਆਂ ਨੇ ਹਜ਼ਾਰ ਲੀਟਰ ਦੀ ਟੰਕੀ ਫਲੈਟਾਂ ਦੇ ਪਿੱਛੇ ਰੱਖੀ ਹੋਈ ਸੀ ਅਤੇ ਉਹਨਾਂ 'ਚੋਂ ਸਵੇਰੇ ਪਾਣੀ ਭਰ ਲੈਂਦੇ ਅਤੇ ਮੋਟਰ ਪੰਪਾਂ ਨਾਲ ਪਾਣੀ ਉੱਪਰ ਚੜ੍ਹਾ ਲੈਂਦੇ। ਵੰਦਨਾ ਨੂੰ ਅਰਚਨਾ ਦੇ ਕੁਮਲਾਏ ਬੂਟਿਆਂ ਨੂੰ ਪਾਣੀ ਦਿੰਦਿਆਂ ਦੇਖ ਕੇ ਹੱਕੇ ਬੱਕੇ ਹੋਏ ਪਤੀ ਨੇ ਕੀ ਕਿਹਾ? ਉਸਨੇ ਵਾਹ ਵਾਹ ਕਹਿਤਾ ਅਤੇ ਹੱਕਾ ਬੱਕਾ ਰਹਿ ਗਿਆ, ਤਾਂ ਕਿ ਕਿਉਂਕਿ ਉਸਨੇ ਉਸਦੇ ਇਸ ਕੰਮ ਦੀ ਸਰਾਹਨਾ ਕੀਤੀ ਕਿ ਤੂੰ ਅਰਚਨਾ ਦੀ ਦੁਸ਼ਮਣੀ ਨੂੰ ਭੁਲਾ ਕੇ ਪੌਦੇ ਨਾਲ ਕਿਸੇ ਤਰ੍ਹਾਂ ਦੀ ਵੀ ਦੁਸ਼ਮਣੀ ਨਹੀਂ ਰੱਖੀ। ਬਹੁਤ ਅੱਛਾ ਇੱਕ ਇਨਸਾਨੀਅਤ ਦਾ ਰੂਪ ਇੱਥੇ ਪੇਸ਼ ਕੀਤਾ ਹੈ। ਕੁਝ ਛੋਟੇ ਪ੍ਰਸ਼ਨ ਹਨ ਇਸ ਦੇ। ਦੁਸ਼ਮਣੀ ਕਹਾਣੀ ਦਾ ਲੇਖਕ ਬਲਵੰਤ ਸਿੰਘ ਬਰਾੜ ਹੈ। ਬਲਵੰਤ ਸਿੰਘ ਬਰਾੜ ਦੀ ਲਿਖੀ ਹੋਈ ਕਹਾਣੀ ਦੁਸ਼ਮਣੀ ਹੈ। ਦੁਸ਼ਮਣੀ ਕਹਾਣੀ ਦੇ ਮੁੱਖ ਪਾਤਰ ਵੰਦਨਾ ਭਾਟੀਆ ਮੁੱਖ ਪਾਤਰ ਹੈ ਇਸਦਾ। ਉਸਦਾ ਪਤੀ ਸੰਜੀਵ ਭਾਟੀਆ ਹੈ, ਅਰਚਨਾ ਚੋਪੜਾ ਹੈ, ਰਾਹੁਲ ਚੋਪੜਾ ਹੈ। ਕੁਛ ਹੋਰ ਮਹੱਤਵਪੂਰਨ ਪਾਤਰ ਵੀ ਹਨ। ਅਰਚਨਾ ਜੋ ਹੈ ਟੌਪ ਫਲੋਰ 'ਤੇ ਰਹਿੰਦੀ ਹੈ, DDA ਦੇ 3rd 'ਤੇ। ਅਰਚਨਾ ਨੇ ਛੱਤ ਉੱਪਰ ਵਾਧੂ ਟੰਕੀ ਕਿਉਂ ਰੱਖੀ ਸੀ? ਤਾਂ ਕਿ ਪੌਦਿਆਂ ਨੂੰ ਪਾਣੀ ਦਿੱਤਾ ਜਾ ਸਕੇ। ਅਰਚਨਾ ਅਤੇ ਵੰਦਨਾ ਮਿਲ ਕੇ ਕਿਹੋ ਜਿਹੀਆਂ ਗੱਲਾਂ ਕਰਦੀਆਂ ਹਨ? ਦੋਨੇ ਕਿੰਨਾ ਚਿਰ ਆਪਸ ਵਿੱਚ ਇਕੱਠੀਆਂ ਖੜੀਆਂ ਰਹਿੰਦੀਆਂ, ਕਦੇ ਬੱਚਿਆਂ ਬਾਰੇ, ਕਦੇ ਆਂਢ ਗੁਆਂਢ ਬਾਰੇ, ਕਦੇ ਫੁੱਲ ਬੂਟਿਆਂ ਬਾਰੇ ਗੱਲਾਂ ਕਰਦੀਆਂ। ਪ੍ਰਸ਼ਨ 7, ਵੰਦਨਾ ਅਤੇ ਅਰਚਨਾ ਵਿਚਕਾਰ ਝਗੜੇ ਦਾ ਕਾਰਨ ਕੀ ਸੀ? ਝਗੜੇ ਦਾ ਕਾਰਨ ਸੀ 500 ਲੀਟਰ ਦੀ ਟੰਕੀ ਦੀ ਥਾਂ 'ਤੇ 1000 ਲੀਟਰ ਦੀ ਟੰਕੀ ਰੱਖਣੀ ਸੀ, ਅਤੇ ਅਰਚਨਾ ਅਤੇ ਉਸਦੇ ਪਤੀ ਨੇ ਖਾਮਖਾਹ ਉਸ ਨੂੰ ਰੋਕਣ ਦਾ ਯਤਨ ਕੀਤਾ ਅਤੇ ਪੁਲਿਸ ਨੂੰ ਬੁਲਾ ਲਿਆ ਅਤੇ ਝਗੜਾ ਵੱਧ ਗਿਆ। ਤੁਸੀਂ ਇਹ ਟੰਕੀ ਨਹੀਂ ਲਾ ਸਕਦੇ, ਮੈਂ ਤੁਹਾਨੂੰ ਇਹ ਟੰਕੀ ਨਹੀਂ ਲਾਣ ਦਿਆਂਗੀ। ਇਹ ਸ਼ਬਦ ਕਿਸ ਦੇ ਸਨ? ਅਰਚਨਾ ਚੋਪੜਾ ਨੇ ਵੰਦਨਾ ਭਾਟੀਆ ਅਤੇ ਉਸਦੇ ਪਤੀ ਨੂੰ ਕਹੇ। ਅਸਮਾਨ ਵਿੱਚ ਘਟਾ ਛਾਉਣ ਉੱਤੇ ਵੰਦਨਾ ਦੇ ਮਨ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਪੈਦਾ ਹੋਏ? ਵੰਦਨਾ ਸੋਚਦੀ ਸ਼ਾਇਦ ਅੱਜ ਮੀਂਹ ਪੈ ਜਾਵੇ ਅਤੇ ਗਮਲਿਆਂ ਵਿੱਚ
ਪਾਣੀ ਆਏਗਾ ਅਤੇ ਬੂਟੇ ਸੁੱਕਣ ਤੋਂ ਬਚ ਜਾਣਗੇ। ਪਾਣੀ ਦੀ ਟੰਕੀ ਕਿਸ ਦੀ ਛੱਤ ਉੱਪਰ ਰੱਖੀ ਹੋਈ ਸੀ? ਪਾਣੀ ਦੀ ਟੰਕੀ 3 ਮੰਜ਼ਿਲੇ ਫਲੈਟ ਦੀ ਸਾਂਝੀ ਛੱਤ ਉੱਪਰ ਰੱਖੀ ਹੋਈ ਸੀ, ਪਰੰਤੂ ਅਰਚਨਾ ਸਭ ਤੋਂ ਉੱਪਰਲੀ ਮੰਜ਼ਿਲ ਉੱਤੇ ਰਹਿੰਦੀ ਸੀ ਅਤੇ ਆਪਣੇ ਆਪ ਨੂੰ ਛੱਤ ਦੀ ਮਾਲਕਣ ਸਮਝਦੀ ਸੀ। ਪੁਲਿਸ ਨੂੰ ਕੌਣ ਬੁਲਾਉਂਦਾ ਹੈ? ਅਰਚਨਾ ਦਾ ਪਤੀ ਬੁਲਾਉਂਦਾ ਹੈ। ਵੰਦਨਾ ਪੌਦਿਆਂ ਨੂੰ ਪਾਣੀ ਦੇਣ ਲਈ ਕਿਉਂ ਰਾਜੀ ਹੋ ਗਈ? ਕਿਉਂਕਿ ਉਸਨੇ ਸੋਚਿਆ ਕਿ ਅਰਚਨਾ ਹੋਰੀ ਤਾਂ ਹੰਨੀ ਆਕੜਖੋਰ, ਉਹਨਾਂ ਦੀ ਲੜਾਈ ਸਾਡੇ ਨਾਲ ਹੈ, ਸਾਡੀ ਲੜਾਈ ਉਹਨਾਂ ਨਾਲ ਹੈ, ਇਹ ਪਲਾਂਟਸ ਨਾਲ ਸਾਡੀ ਕੋਈ ਲੜਾਈ, ਕੋਈ ਦੁਸ਼ਮਣੀ ਨਹੀਂ ਹੈ। ਪ੍ਰਸ਼ਨ 13 ਅੰਤਮ ਪ੍ਰਸ਼ਨ, ਵੰਦਨਾ ਅਤੇ ਅਰਚਨਾ ਵਿਚਕਾਰ ਸਮਝੌਤਾ ਕਿਸ ਨੇ ਕਰਵਾਇਆ? ਵੰਦਨਾ ਅਤੇ ਅਰਚਨਾ ਵਿਚਕਾਰ ਸਮਝੌਤਾ ਅਰਚਨਾ ਦੇ ਸੁੱਕ ਰਹੇ ਪੌਦਿਆਂ ਅਤੇ ਵੰਦਨਾ ਦੀ ਨੇਕ ਦਿਲੀ ਨੇ ਕਰਵਾਇਆ। ਅਰਥਾਤ ਇਸ ਵਿੱਚ ਦੱਸਿਆ ਹੈ ਸਾਨੂੰ ਪਹਿਲੀ ਗੱਲ ਤਾਂ ਕਿਸੇ ਨਾਲ ਕਦੇ ਲੜਨਾ ਵੀ ਨਹੀਂ ਚਾਹੀਦਾ। ਜੇ ਲੜ ਵੀ ਲਓ ਤਾਂ ਇੰਨਾ ਨਹੀਂ ਵਧਾਉਣਾ ਚਾਹੀਦਾ ਕਿ ਉਹ ਕਦੇ ਦੁਸ਼ਮਣੀ ਵਿੱਚ ਹੀ ਬਦਲ ਜਾਵੇ। ਅਤੇ ਜੀਵ ਜੰਤੂਆਂ ਨਾਲ, ਪੇੜ ਪੌਦਿਆਂ ਨਾਲ, ਪਲਾਂਟਸ ਨਾਲ ਸਾਨੂੰ ਕਦੇ ਵੀ ਦੁਸ਼ਮਣੀ ਨਹੀਂ ਰੱਖਣੀ ਚਾਹੀਦੀ। ਉਹ ਸਭ ਦੇ ਸਾਂਝੇ ਹੁੰਦੇ ਹਨ। ਪ੍ਰਕਿਰਤੀ ਉੱਤੇ ਸਭ ਦਾ ਇੱਕੋ ਜਿਹਾ ਬਰਾਬਰ ਹੱਕ ਹੈ ਅਤੇ ਇਸ ਨੂੰ ਖੁਸ਼ਹਾਲ ਰੱਖਣ ਵਿੱਚ ਸਾਨੂੰ ਯੋਗਦਾਨ ਦੇਣਾ ਚਾਹੀਦਾ ਹੈ। ਧੰਨਵਾਦ।